ਹੈਲੋ ਸਟੂਡੈਂਟਸ। ਤਾਂ ਆਪਾਂ ਪੜ੍ਹ ਰਹੇ ਸੀ ਬੱਚੋ ਸਿੱਖ ਧਰਮ ਦੇ ਵਿੱਚ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਸਿੱਖ ਗੁਰੂਆਂ ਦਾ ਯੋਗਦਾਨ 9ਵੀਂ ਤੇ 10ਵੀਂ ਜਮਾਤ ਦੇ ਵਿੱਚੋਂ। ਤਾਂ ਅੱਜ ਆਪਾਂ ਪੜ੍ਹਾਂਗੇ ਬੱਚੋ 6ਵੇਂ ਗੁਰੂ ਬਾਰੇ, ਸ਼੍ਰੀ ਗੁਰੂ ਹਰਗੋਬਿੰਦ ਜੀ ਬਾਰੇ, ਜਿਹੜੇ ਆਪਣੇ ਪਿਤਾ ਦੀ ਸ਼ਹੀਦੀ ਤੋਂ ਬਾਅਦ ਸਿੱਖ ਗੁਰੂ ਬਣੇ 1606 ਈਸਵੀ ਦੇ ਵਿੱਚ। 1606 ਈਸਵੀ ਤੋਂ ਲੈ ਕੇ 1645 ਈਸਵੀ ਤੱਕ ਇਹਨਾਂ ਦਾ ਗੁਰੂ ਕਾਲ ਸੀ ਬੱਚੋ। ਔਰ ਇਹਨਾਂ ਦੇ ਗੁਰੂ ਕਾਲ ਨੂੰ ਆਪਾਂ 3 ਭਾਗਾਂ ਵਿੱਚ ਵੰਡ ਸਕਦੇ ਹਾਂ। 1606 ਤੋਂ 1627, ਦੂਸਰਾ ਭਾਗ 1628 ਤੋਂ 1635 ਔਰ ਤੀਸਰਾ ਭਾਗ 1635 ਤੋਂ 1645। ਤਾਂ ਇਹਨਾਂ ਦਾ ਗੁਰੂ ਕਾਲ 3 ਭਾਗਾਂ ਵਿੱਚ ਵੰਡਿਆ ਜਾਂਦਾ ਬੱਚੋ। ਔਰ ਗੁਰੂ ਜੀ ਦਾ ਜਨਮ ਜਿਹੜਾ ਉਹ ਹੋਇਆ ਬੱਚੋ 14 ਜੂਨ 1595। ਔਰ ਇਹਨਾਂ ਦਾ ਜਨਮ ਸਥਾਨ ਸੀ ਬੱਚੋ ਪਿੰਡ ਵਡਾਲੀ, ਜ਼ਿਲ੍ਹਾ ਅੰਮ੍ਰਿਤਸਰ। ਪਿਤਾ ਦਾ ਨਾਮ ਗੁਰੂ ਅਰਜਨ ਦੇਵ ਜੀ, 5ਵੇਂ ਸਿੱਖ ਗੁਰੂ। ਮਾਤਾ ਗੰਗਾ ਦੇਵੀ ਜੀ। ਔਰ ਇਹਨਾਂ ਦੀਆਂ ਬੱਚੋ 3 ਪਤਨੀਆਂ ਸੀ। ਮਾਤਾ ਦਮੋਦਰੀ, ਮਾਇਆ ਦੇवी जी, और माता नानकी जी। ठीक है बच्चों। तो गुरु काल गुरु जी का 1606 तो लैके 1645। तो सब तो लंबा गुरु काल किहड़े गुरु जी का सी? हाँ जी बच्चों, तो 6वें गुरु का। तो 6वें गुरु का गुरु काल सब तो लंबा गुरु काल सी। सब तो लंबे समय तक इन्होंने सिख धर्म की सेवा की, सिख धर्म संभालिया लगभग बच्चों 39 साल। तो 3 समा भाग ने इन्हों के गुरु काल में 3 भागों च वंडिया गया। 1606 तो 1627 जो मुगल बादशाह जहांगीर सी बच्चों। और उस तो बाद 1628 तो 1635 मुगल बादशाह सी बच्चों शाहजहां। तो उस ये टाइम जोड़ा इन्हों का सिखों का और मुगलों के नाल लड़ाइयाँ में ही बीत गया बच्चों। और लास्ट अंतिम साल इन्होंने अपनी जिंदगी के 10 साल जोड़े ने कित्थे बिताए सी? कीरतपुर साहिब में। तो इत्थे जहांगीर के नाल जोड़ा शत्रुता चलती रही। इत्थे मुगल बादशाह शाहजहां के नाल लड़ाइयाँ हुईयां सिखों ते मुगलों के विचकार। और इत्थे गुरु जी ने अपनी जिंदगी के लास्ट साल बचाए बच्चों कीरतपुर साहिब दे विच। तो इस करके इन्हों के गुरु काल में बच्चों 3 भागों च वंडिया जाता है। जन्म इन्हों का होया 14 जून 1595 वडाली अमृतसर दे विच। पिता का नाम 5वें सिख गुरु अर्जन देव जी, शहीद होने वाले पहले गुरु। माता का नाम गंगा देवी। इन्हों दी 3 पत्नियां सी, माता दमोदरी जी, माता माया देवी जी और माता नानकी जी। तो इन्हों के 5 पुत्र सी बच्चों। बाबा गुरदित्ता जी, अनी राय, अटल राय जी, सूरजमल और त्यागमल, जिन्होंने आप 9वें सिख गुरु के रूप में जानते हैं बच्चों। हाँ जी, गुरु तेग बहादुर जी। और पुत्री सी इन्हों की एक बीबी वीरो जी। तो इन्हों के 2 बेटे अनी राय और अटल राय जी, जोड़े कि इन्हों के जीवन काल दे विच ही बच्चों, हाँ जी, जीवन काल दे विच ही जिहड़े ने वो परमात्मा नूं प्यारे हो गए सी। सूरजमल और त्यागमल रह गए सी। और बाबा गुरदित्ता जी भी अंतिम समय दे विच आके जिहड़ा वो गुरु नूं प्यारे हो गए सी। तो पुत्र सी 5 बाबा गुरदित्ता जी, अनी राय जी, अटल राय जी, सूरजमल और त्यागमल। त्यागमल जिन्होंने आप गुरु तेग बहादुर के नाम नाल जानते हैं।
ਤਾਂ ਇਹ ਸੀ ਇਹਨਾਂ ਦੇ ਫੈਮਿਲੀ ਬਾਰੇ। ਤਾਂ ਇਸ ਤੋਂ ਬਾਅਦ ਜਦੋਂ ਇਹਨਾਂ ਨੇ ਸਿੱਖ ਧਰਮ ਦੀ ਬਾਗਡੋਰ ਸੰਭਾਲੀ ਬੱਚੋ, ਤਾਂ ਇਹਨਾਂ ਨੇ ਆਪਣੇ ਪਿਤਾ ਦੇ ਅੰਤਿਮ ਸ਼ਬਦਾਂ ਨੂੰ ਯਾਦ ਰੱਖਿਆ, ਅੰਤਿਮ ਸੰਦੇਸ਼ ਨੂੰ ਯਾਦ ਰੱਖਿਆ ਵੀ ਹੁਣ ਸਿੱਖ ਸੈਨਾ ਸੰਗਠਿਤ ਕਰਨੀ ਪਏਗੀ ਔਰ ਸ਼ਸਤਰ ਵੀ ਉਠਾਣੇ ਪੈਣਗੇ। ਤਾਂ ਇਸੇ ਚੀਜ਼ ਨੂੰ ਲੈ ਕੇ ਇਹਨਾਂ ਨੇ ਇੱਕ ਨਵੀਂ ਨੀਤੀ ਅਪਣਾਈ। ਹਾਂਜੀ, ਤਾਂ ਸਿੱਖ ਧਰਮ ਦੇ ਵਿਕਾਸ ਦੇ ਵਿੱਚ ਨਵੀਂ ਨੀਤੀ, ਤਾਂ ਉਹ ਨਵੀਂ ਨੀਤੀ ਕੀ ਸੀ ਬੱਚੋ? ਨਵੀਂ ਨੀਤੀ ਨੂੰ ਅਪਣਾਇਆ। ਨਵੀਂ ਨੀਤੀ ਦੇ ਵਿੱਚ ਸ਼ਸਤਰ ਧਾਰਨ ਕੀਤੇ ਅਤੇ ਸਿੱਖ ਸੈਨਾ ਸੰਗਠਿਤ ਕੀਤੀ। ਹਾਂਜੀ, ਤਾਂ ਸਭ ਤੋਂ ਪਹਿਲਾ ਕੰਮ ਗੁਰੂ ਜੀ ਨੇ ਕੀਤਾ ਮੀਰੀ ਤੇ ਪੀਰੀ। ਹਾਂਜੀ, 2 ਤਲਵਾਰਾਂ ਧਾਰਨ ਕੀਤੀਆਂ ਗੁਰੂ ਜੀ ਨੇ। ਹਾਂਜੀ, ਮੀਰੀ ਜਿਹੜੀ ਸੀ ਉਹ ਸੀ ਸੰਸਾਰਿਕ ਕੰਮਾਂ ਦਾ ਪ੍ਰਤੀਕ ਸੀ ਔਰ ਪੀਰੀ ਸੀ ਧਾਰਮਿਕ ਜਾਂ ਅਧਿਆਤਮਿਕ। ਹਾਂਜੀ, ਤਾਂ 2 ਤਲਵਾਰਾਂ ਧਾਰਨ ਕੀਤੀਆਂ ਗੁਰੂ ਜੀ ਨੇ। ਗੁਰੂ ਗੱਦੀ ਤੇ ਬੈਠਦੇ ਹੀ ਸਭ ਤੋਂ ਪਹਿਲਾਂ ਨਵੀਂ ਨੀਤੀ ਅਪਣਾਈ। ਤਾਂ 2 ਤਲਵਾਰਾਂ ਮੀਰੀ ਅਤੇ ਪੀਰੀ। ਮੀਰੀ ਜਿਹੜੀ ਕਿ ਸੰਸਾਰਿਕ ਕੰਮਾਂ ਦਾ ਪ੍ਰਤੀਕ ਸੀ ਔਰ ਧਾਰਮਿਕ ਜਾਂ ਅਧਿਆਤਮਿਕ ਕੰਮਾਂ ਨਾਲ ਸੰਬੰਧਿਤ ਕਿਹੜੀ ਤਲਵਾਰ ਸੀ ਬੱਚੋ? ਪੀਰੀ। ਔਰ ਸਿੱਖਾਂ ਨੂੰ ਜਿਹੜਾ ਸਿੱਖਾਂ ਨੂੰ ਕੀ ਬਣਾ ਦਿੱਤਾ ਬੱਚੋ? ਸੰਤ ਸਿਪਾਹੀ। ਤਾਂ ਇਹ ਸਭ ਤੋਂ ਪਹਿਲਾ ਕੰਮ ਕੀਤਾ ਗੁਰੂ ਜੀ ਨੇ। ਮੀਰੀ ਤੇ ਪੀਰੀ 2 ਤਲਵਾਰਾਂ ਧਾਰਨ ਕੀਤੀਆਂ ਔਰ ਸਿੱਖਾਂ ਨੂੰ ਕੀ ਬਣਾਤਾ? ਸੰਤ ਸਿਪਾਹੀ ਬਣਾਤਾ। ਯਾਨੀ ਕਿ ਉਹਨਾਂ ਨੂੰ ਸ਼ਸਤਰ ਵੀ ਉਠਾਣੇ ਪੈਣਗੇ ਨਾਲ, ਜੇ ਆਪਣੇ ਸਿੱਖ ਧਰਮ ਨੂੰ ਬਚਾਉਣਾ ਹੈ ਤਾਂ ਬੱਚੋ। ਉਸ ਤੋਂ ਬਾਅਦ ਦੂਸਰਾ ਕੰਮ ਕੀਤਾ ਗੁਰੂ ਜੀ ਨੇ ਸੈਨਾ ਦਾ ਸੰਗਠਨ। ਤਾਂ ਸੈਨਾ ਦਾ ਸੰਗਠਨ ਕੀਤਾ ਗੁਰੂ ਜੀ ਨੇ। 52 ਆਪਣੇ ਅੰਗ ਰੱਖਿਅਕ ਰੱਖੇ ਔਰ ਇੱਕ ਵੱਖਰੀ ਪਠਾਨ ਰੈਜੀਮੈਂਟ ਵੀ ਬਣਾਈ ਸੈਨਾ ਦੇ ਵਿੱਚ, ਜਿਸ ਦਾ ਮੁਖੀ ਸੀ ਬੱਚੋ ਪੈਦਾ ਖਾਂ। ਹਾਂਜੀ, ਤਾਂ ਸੈਨਾ ਦਾ ਸੰਗਠਨ ਕੀਤਾ ਗੁਰੂ ਜੀ ਨੇ। ਸਿੱਖਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸੈਨਿਕ ਦੇ ਰੂਪ ਦੇ ਵਿੱਚ ਸ਼ਾਮਿਲ ਹੋਣ ਦਾ ਆਦੇਸ਼ ਦਿੱਤਾ। ਸਿੱਖ ਸੈਨਾ ਬਣਾਉਣੀ ਸ਼ੁਰੂ ਕਰਤੀ। 52 ਅੰਗ ਰੱਖੇ ਗੁਰੂ ਜੀ ਨੇ ਔਰ ਇੱਕ ਪਠਾਨ ਰੈਜੀਮੈਂਟ ਵੀ ਬਣਾਈ, ਜਿਸ ਦਾ ਮੁਖੀ ਕੌਣ ਸੀ ਬੱਚੋ? ਪੈਦਾ ਖਾਂ। ਪਹਿਲਾਂ ਮੀਰੀ ਤੇ ਪੀਰੀ ਤਲਵਾਰਾਂ ਧਾਰਨ ਕੀਤੀਆਂ, ਸਿੱਖਾਂ ਨੂੰ ਸੈਨਾ ਦੇ ਰੂਪ ਵਿੱਚ ਸੰਗਠਿਤ ਕੀਤਾ ਔਰ ਉਸ ਤੋਂ ਬਾਅਦ ਸ਼ਸਤਰ ਤੇ ਘੋੜੇ। ਸ਼ਸਤਰ ਤੇ ਘੋੜੇ ਇਕੱਠੇ ਕਰਨੇ ਸ਼ੁਰੂ ਕੀਤੇ। ਰਾਜਸੀ ਚਿੰਨ੍ਹ ਅਪਣਾਉਣੇ। ਹਾਂਜੀ, ਤਾਂ ਸ਼ਸਤਰ ਤੇ ਘੋੜੇ। ਹਾਂਜੀ, ਜਿਹੜੇ ਮਸੰਦ ਪ੍ਰਥਾ ਚਲਾਈ ਸੀ ਚੌਥੇ ਗੁਰੂ ਨੇ, ਤਾਂ ਮਸੰਦ ਪਹਿਲਾਂ ਕੀ ਇਕੱਠਾ ਕਰ ਰਹੇ ਸੀ? ਧਨ ਇਕੱਠਾ ਕਰ ਰਹੇ ਸੀ, ਮਾਇਆ ਇਕੱਠੀ ਕਰਦੇ ਸੀ। ਤਾਂ ਹੁਣ ਮਸੰਦਾਂ ਨੂੰ ਹੁਕਮ ਦਿੱਤਾ ਗੁਰੂ ਜੀ ਨੇ ਵੀ ਤੁਸੀਂ ਮਾਇਆ ਦੀ ਥਾਂ ਤੇ ਸ਼ਸਤਰ ਤੇ ਘੋੜੇ ਦੇ ਕੇ ਜਾਓ। ਹਾਂਜੀ, ਤਾਂ ਹੁਣ ਸ਼ਸਤਰ ਤੇ ਘੋੜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਗੁਰੂ ਜੀ ਨੇ, ਤਾਂ ਜੋ ਸਿੱਖ ਸੈਨਾ ਨੂੰ ਸੰਗਠਿਤ ਕੀਤਾ ਜਾ ਸਕੇ। ਰਾਜਸੀ ਚਿੰਨ੍ਹ ਅਪਣਾਉਣੇ ਸ਼ੁਰੂ ਕਰਤੇ ਗੁਰੂ ਜੀ ਨੇ। ਹੁਣ ਆਪਣੇ 52 ਅੰਗ ਰੱਖਿਅਕ ਰੱਖੇ ਨੱਥਾ ਮਲ ਔਰ ਅਬਦੁਲ, ਜਿਹੜੇ ਕਿ 2 ਢਾਡੀ ਸੀ ਗੁਰੂ ਜੀ ਦੇ ਦਰਬਾਰ ਵਿੱਚ, ਤਾਂ ਉਹਨਾਂ ਨੂੰ ਕਿਹਾ ਵੀ ਤੁਸੀਂ ਵੀਰ ਰਸ ਦੀਆਂ ਵਾਰਾਂ ਗਵਾਣੀਆਂ ਸ਼ੁਰੂ ਕੀਤੀਆਂ। ਨੱਥਾ ਮਲ ਤੇ ਅਬਦੁਲ, ਇਹਨਾਂ 2 ਢਾਡੀ ਜਿਹੜੇ ਕਿ ਗੁਰੂ ਜੀ ਦੇ ਦਰਬਾਰ ਸੀ, ਇਹ ਰਾਤ ਨੂੰ ਵੀਰ ਰਸ ਦੀਆਂ ਜਿਹੜੀਆਂ ਵਾਰਾਂ ਗਾਉਂਦੇ ਸੀ। ਸਿੱਖਾਂ ਨੂੰ ਕੀ ਕਰਦੇ ਸੀ? ਹਾਂਜੀ,
ਜੋ ਉਤਸ਼ਾਹਿਤ ਕਰਦੇ ਸੀ, ਵੀਰ ਰਸ ਦੀਆਂ ਕਵਿਤਾਵਾਂ ਗਾ ਕੇ, ਵੀਰ ਰਸ ਦੀਆਂ ਵਾਰਾਂ ਗਾ ਕੇ ਉਤਸ਼ਾਹਿਤ ਕਰਦੇ ਸੀ, ਉਹਨਾਂ 'ਚ ਨਵਾਂ ਜੋਸ਼ ਭਰਦੇ ਸੀ। 52 ਅੰਗ ਰੱਖੇ ਰੱਖੇ ਗੁਰੂ ਜੀ ਨੇ, ਰਾਜਸੀ ਚਿੰਨ੍ਹ ਅਪਣਾਉਣੇ ਸ਼ੁਰੂ ਕਰ ਦਿੱਤੇ, ਸਿਰ ਦੇ ਵਿੱਚ ਪਗੜੀ ਦੇ ਉੱਪਰ ਕਲਗੀ ਲਗਾਉਣੀ ਸ਼ੁਰੂ ਕਰ ਦਿੱਤੀ। ਤਾਂ ਇਸ ਤਰ੍ਹਾਂ ਦਾ ਪਹਿਰਾਵਾ ਗੁਰੂ ਜੀ ਨੇ ਸ਼ੁਰੂ ਕਰਤਾ। ਤਾਂ ਰਾਜਸੀ ਠਾਠ ਬਾਠ ਗੁਰੂ ਜੀ ਨੇ ਸ਼ੁਰੂ ਕਰਤਾ, ਸ਼ਸਤਰ ਤੇ ਘੋੜੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਅੰਮ੍ਰਿਤਸਰ ਦੀ ਕਿਲੇਬੰਦੀ, ਅੰਮ੍ਰਿਤਸਰ ਦੀ ਕਿਲੇਬੰਦੀ ਸ਼ੁਰੂ ਕਰ ਦਿੱਤੀ ਗੁਰੂ ਜੀ ਨੇ। ਔਰ ਇੱਥੇ ਹੀ ਅੰਮ੍ਰਿਤਸਰ ਦੇ ਵਿੱਚ ਲੋਹਗੜ੍ਹ ਦਾ ਕਿਲਾ ਬਣਵਾਇਆ। ਜਿਸ ਦੇ ਵਿੱਚ ਸਿੱਖ ਆਪਣਾ ਜਿਹੜਾ ਅਸਲਾ ਰੱਖਦੇ ਸੀ, ਸਾਰਾ ਸਾਜੋ ਸਮਾਨ ਲੋਹਗੜ੍ਹ ਦੇ ਕਿਲੇ ਵਿੱਚ ਰੱਖਦੇ ਸੀ। ਅੰਮ੍ਰਿਤਸਰ ਦੀ ਕਿਲੇਬੰਦੀ ਸ਼ੁਰੂ ਕਰ ਦਿੱਤੀ, ਕਿਉਂਕਿ ਅੰਮ੍ਰਿਤਸਰ ਬੜਾ ਹੀ ਪਵਿੱਤਰ ਸਥਾਨ ਸੀ ਸਿੱਖ ਧਰਮ ਦੇ ਵਿੱਚ। ਤਾਂ ਉਸ ਦੀ ਕਿਲੇਬੰਦੀ ਸ਼ੁਰੂ ਕਰਵਾ ਦਿੱਤੀ। ਰਾਜਸੀ ਚਿੰਨ੍ਹ ਅਪਣਾਉਣੇ ਸ਼ੁਰੂ ਕਰ ਦਿੱਤੇ, 52 ਅੰਗ ਰੱਖੇ। ਔਰ ਗੁਰੂ ਜੀ ਨੂੰ ਲੋਕਾਂ ਨੇ ਜਿਹੜਾ ਉਹ ਉਪਾਧੀ ਦਿੱਤੀ ਸੱਚੇ ਪਾਤਸ਼ਾਹ ਦੀ। ਸੱਚਾ ਪਾਤਸ਼ਾਹ, ਸੱਚਾ ਪਾਤਸ਼ਾਹ ਦੀ ਉਪਾਧੀ ਧਾਰਨ ਕੀਤੀ ਗੁਰੂ ਜੀ ਨੇ। ਸੱਚਾ ਪਾਤਸ਼ਾਹ ਦੀ ਉਪਾਧੀ ਕਿਹੜੇ ਗੁਰੂ ਜੀ ਨੇ ਧਾਰਨ ਕੀਤੀ ਸੀ? ਹਾਂਜੀ ਬੱਚੋ, 6ਵੇਂ ਗੁਰੂ ਹਰਗੋਬਿੰਦ ਜੀ ਨੇ। ਤਾਂ ਇਹ ਸਾਰੇ ਕੰਮ ਕੀਤੇ ਗੁਰੂ ਜੀ ਨੇ, ਸਿੱਖ ਸੈਨਾ ਨੂੰ ਸੰਗਠਿਤ ਕੀਤਾ। ਤਾਂ ਨਵੇਂ ਸਿਰੋਂ ਤੋਂ ਜਿਹੜਾ ਸਿੱਖਾਂ ਦੇ ਵਿੱਚ ਜੋਸ਼ ਭਰਿਆ, ਕਿਉਂਕਿ ਗੁਰੂ ਜੀ ਦੀ ਸ਼ਹੀਦੀ, ਜਿਹੜੇ 5ਵੇਂ ਗੁਰੂ ਦੀ ਸ਼ਹੀਦੀ ਹੋਈ, ਤਾਂ ਉਸ ਤੋਂ ਬਾਅਦ ਮੁਗਲਾਂ ਔਰ ਸਿੱਖਾਂ ਦੇ ਜਿਹੜੇ ਸੰਬੰਧ ਜਿਹੜੇ ਉਹ ਵਿਗੜ ਚੁੱਕੇ ਸੀ। ਕਿਉਂਕਿ ਜਹਾਂਗੀਰ ਜਿਹੜਾ ਮੁਗਲ ਬਾਦਸ਼ਾਹ ਸੀ ਉਹ ਕੱਟੜ ਸੁੰਨੀ ਮੁਸਲਮਾਨ ਸੀ, ਕੱਟੜ ਇੱਕ ਮੁਸਲਮਾਨ ਸੀ, ਜਿਸ ਕਰਕੇ ਉਸਨੇ 5ਵੇਂ ਸਿੱਖ ਗੁਰੂ ਨੂੰ ਸ਼ਹੀਦ ਕਰਵਾਇਆ ਬੱਚੋ। ਤਾਂ ਇਸ ਤੋਂ ਇਲਾਵਾ ਗੁਰੂ ਜੀ ਨੇ ਰਾਜਸੀ ਚਿੰਨ੍ਹ ਅਪਣਾਏ, ਵਾਰਾਂ ਗਵਾਈਆਂ, ਵੀਰ ਰਸ ਦੀਆਂ। ਸੇਲੀ ਜਿਹੜੀ ਕਿ ਉੱਨ ਦੀ ਮਾਲਾ ਸੀ, ਉਹਨੂੰ ਛੱਡ ਦਿੱਤਾ ਗੁਰੂ ਜੀ ਨੇ, ਉੱਨ ਦੀ ਮਾਲਾ। ਤਾਂ ਉਸ ਦੀ ਜਗ੍ਹਾ ਤੇ ਬੱਚੋ ਹਾਂਜੀ ਕਲਗੀ ਸ਼ੁਰੂ ਕਰ ਦਿੱਤੀ, ਰਾਜਸੀ ਵਸਤਰ ਪਾਣੇ ਸ਼ੁਰੂ ਕਰ ਦਿੱਤੇ, ਅੰਗ ਰੱਖੇ। ਤਾਂ ਇਹ ਸਾਰੀ ਤਬਦੀਲੀ ਲਿਆਂਦੀ ਕਿਹੜੇ ਗੁਰੂ ਜੀ ਨੇ? 6ਵੇਂ ਪਾਤਸ਼ਾਹ ਨੇ। ਤਾਂ ਇਸ ਤੋਂ ਬਾਅਦ ਗੱਲ ਕਰੀਏ ਬੱਚੋ ਅਗਰ, ਤਾਂ ਕੁਝ ਜਿਹੜੀਆਂ ਗੱਲਾਂ ਜਹਾਂਗੀਰ ਨੇ ਦੀ ਸ਼ਹੀਦੀ ਕਰਵਾਈ ਗੁਰੂ ਜੀ 5ਵੇਂ ਗੁਰੂ ਦੀ। ਤਾਂ ਉਸ ਤੋਂ ਬਾਅਦ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਇਸਨੇ, ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਗੁਰੂ ਜੀ ਨੂੰ। ਕਿਸਨੇ? ਜਹਾਂਗੀਰ ਨੇ ਗੁਰੂ ਹਰਗੋਬਿੰਦ ਜੀ ਨੂੰ। ਔਰ ਇਸ ਕਿਲੇ ਵਿੱਚੋਂ ਗੁਰੂ ਜੀ ਦੀ ਰਿਹਾਈ ਹੋਈ, ਤਾਂ ਉਹਨਾਂ ਦੇ ਨਾਲ 52 ਰਾਜਿਆਂ ਦੀ ਵੀ ਰਿਹਾਈ ਹੋਈ। ਤਾਂ ਇਸ ਤੋਂ ਬਾਅਦ ਗੁਰੂ ਜੀ ਨੂੰ ਬੰਦੀ ਛੋੜ ਬਾਬਾ ਕਿਹਾ ਜਾਣ ਲੱਗਾ ਬੱਚੋ। ਹਾਂਜੀ, ਤਾਂ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਜੀ ਨੂੰ ਕਿਸਨੇ ਕੈਦ ਕੀਤਾ ਸੀ? ਜਹਾਂਗੀਰ ਨੇ। ਤਾਂ ਸਿੱਖ ਧਰਮ ਦੇ ਵਿੱਚ ਕੁਝ ਇਤਿਹਾਸਕਾਰ ਕਹਿੰਦੇ ਨੇ ਵੀ ਗੁਰੂ ਜੀ ਦੀ ਜਿਹੜੀ ਪਾਪੂਲੈਰਿਟੀ ਵੱਧ ਰਹੀ ਸੀ, ਉਸ ਕਰਕੇ ਜਹਾਂਗੀਰ ਨੇ ਕੈਦ ਕੀਤਾ। ਕੁਝ ਕਹਿੰਦੇ ਨੇ ਵੀ ਉਹਨਾਂ ਨੇ ਰਾਜਸੀ ਚਿੰਨ੍ਹ ਅਪਣਾਉਣੇ ਸ਼ੁਰੂ ਕਰ ਦਿੱਤੇ ਸੀ, ਸਿੱਖ ਸੈਨਾ ਸੰਗਠਿਤ ਕਰਨੀ ਸ਼ੁਰੂ ਕਰ ਦਿੱਤੀ ਸੀ। ਤਾਂ ਬਹੁਤ ਸਾਰੀਆਂ ਗੱਲਾਂ ਨੇ ਜਿਸ ਕਰਕੇ ਗਵਾਲੀਅਰ ਦੇ ਕਿਲੇ ਵਿੱਚ ਜਹਾਂਗੀਰ ਨੇ ਗੁਰੂ ਜੀ ਨੂੰ ਕੈਦ ਰੱਖਿਆ। ਔਰ ਜਦੋਂ ਗੁਰੂ ਜੀ ਨੂੰ ਆਜ਼ਾਦ ਕੀਤਾ ਤਾਂ ਉਹਨਾਂ ਦੇ ਨਾਲ 52 ਰਾਜਿਆਂ ਦੀ ਹੋਰ ਰਿਹਾਈ ਹੋਈ, ਜਿਸ ਕਰਕੇ ਗੁਰੂ ਜੀ ਨੂੰ ਕੀ ਕਿਹਾ ਜਾਂਦਾ ਹੈ? ਬੰਦੀ ਛੋੜ ਬਾਬਾ। ਕੋਲਾਂ ਜਿਹੜੀ ਕਿ ਕਾਜੀ ਰੁਸਤਮ ਖਾਂ ਦੀ ਧੀ ਸੀ, ਲਾਹੌਰ ਦੇ ਕਾਜੀ ਰੁਸਤਮ ਖਾਂ ਦੀ ਧੀ ਸੀ। ਤਾਂ ਇਹ ਗੁਰੂ ਅਰਜਨ ਦੇਵ ਜੀ ਦੀ ਭਗਤਨੀ ਸੀ, ਗੁਰੂ ਅਰਜਨ ਦੇਵ ਜੀ ਦੀ ਭਗਤੀ ਕਰਦੀ ਸੀ, ਉਹਨਾਂ ਦੀ ਬਾਣੀ ਨੂੰ ਪੜ੍ਹਦੀ ਸੀ। ਕੋਲਾਂ ਤਾਂ ਗੁਰੂ ਜੀ ਜਦੋਂ ਇੱਕ ਕਾਜੀ ਨੇ ਦੇਖਿਆ ਵੀ ਇੱਕ ਕਾਜੀ ਦੀ ਧੀ ਕਿਸ ਧਰਮ ਨੂੰ ਮੰਨ ਰਹੀ ਹੈ, ਸਿੱਖ ਧਰਮ ਨੂੰ ਮੰਨ ਰਹੀ ਹੈ, 5ਵੇਂ ਸਿੱਖ ਗੁਰੂ ਦੀ ਬਾਣੀ ਪੜ੍ਹ ਰਹੀ ਹੈ, ਤਾਂ ਉਸ ਨੂੰ ਬੜਾ ਗੁੱਸਾ ਆਇਆ। ਤਾਂ ਉਸਨੇ ਕੋਲਾਂ ਨੂੰ ਜਿਹੜਾ ਪਕੜਨ ਦੀ ਕੋਸ਼ਿਸ਼ ਕੀਤੀ। ਤਾਂ ਕੋਲਾ ਭੱਜ ਕੇ ਕਿਸ ਗੁਰੂ ਕੋਲ ਆਈ? ਗੁਰੂ ਹਰਗੋਬਿੰਦ ਜੀ ਦੀ ਸ਼ਰਨ ਵਿੱਚ ਆਈ। ਤਾਂ ਇਹ ਵੀ ਕਹਿੰਦੇ ਨੇ ਕੁਝ ਕਾਰਨ ਬਣਿਆ ਗਵਾਲੀਅਰ ਦੇ ਕਿਲੇ ਵਿੱਚ ਜਿਹੜਾ ਗੁਰੂ ਜੀ ਨੂੰ ਕੈਦ ਕੀਤਾ ਗਿਆ ਸੀ। ਤਾਂ ਕੋਲਾ ਕਿਸ ਦੀ ਸ਼ਰਨ ਵਿੱਚ ਆਈ ਸੀ? ਗੁਰੂ ਹਰਗੋਬਿੰਦ ਜੀ ਦੀ। ਤਾਂ ਉਹ ਕਿਸ ਦੀ ਧੀ ਸੀ? ਕਾਜੀ ਰੁਸਤਮ ਖਾਂ ਦੀ, ਜਿਹੜਾ ਲਾਹੌਰ ਦਾ ਕਾਜੀ ਸੀ ਔਰ ਇਹ ਗੁਰੂ ਅਰਜਨ ਦੇਵ ਜੀ ਦੀ ਬਾਣੀ ਪੜ੍ਹਦੀ ਸੀ। ਇਸ ਕਰਕੇ ਇਸ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਕਾਜੀ ਰੁਸਤਮ ਖਾਂ ਨੇ। ਤਾਂ ਇਹ ਵੀ ਇੱਕ ਜਿਹੜਾ ਮਸਲਾ ਬਣਿਆ ਗੁਰੂ ਜੀ ਦੀ ਕੈਦ ਦਾ। ਤਾਂ ਇਹ
बड़ा इंपॉर्टेंट क्वेश्चन है। किस किले विच कैद किया सी? ग्वालियर दे मुगल बादशाह जहांगीर ने 52 राजियां दे नाल गुरु जी ने रिहाई कराई। तो उस तो बाद गुरु जी नूं क्या जान लगा? बंदी छोड़ बाबा। गुरु जी ने जिहड़ा सिखां अते मुगलों के विचकार लड़ाइयां जिहड़ियां ने बच्चों शुरू होईयां, लड़ाइयां जिहड़ा कि दूसरा गुरु काल है कहा जा सकता है, दूसरा टाइम पीरियड है गुरु जी का, जो मुगल बादशाह शाहजहां मुगल बादशाह बनया 1628 में जहांगीर की मौत तो बाद। तो पहली लड़ाई हुई मुगलों अते सिखां विचकार अमृतसर दी। ये बच्चों पहली लड़ाई सी सिखां अते मुगलों के विचकार अमृतसर। तो इस लड़ाई दे विच सिखां दी अगवाई की सी पैदा खां ने। ये एक बाज नूं लैके लड़ाई हुई सी बच्चों। तो शाहजहां मुगल बादशाह शिकार खेड रहा सी, तो उसका एक बाज है जिहड़ा वो कित्थे आ गया? अमृतसर दे विच सिखां कोल आ गया। तो सिखां ने उसनूं आज़ाद नहीं किया, रिहा नहीं किया उस बाज नूं। तो उस बाज नूं लैके लड़ाई हुई। तो इस लड़ाई दे विच सिखां की अगवाई किसने की सी? पैदा खां ने। और सिख इस लड़ाई में बच्चों जेतू रहे सी। तो यह पहली लड़ाई सी मुगलों और सिखां के विचकार 1634। दूसरी लड़ाई बच्चों हुई लहरां की लड़ाई बठिंडे के नेड़े। और सिखां की अगवाई इस दे विच कीती सी बच्चों भाई जेठा जी ने। और ये लड़ाई हुई सी बच्चों दिलबाग अते गुलबाग नां दे दो घोड़ियां नूं लैके। तो इन्हां दो घोड़ियां नूं ताराचंद विधिचंद और बखतमल, हाँ जी, ये दो मसंद सी गुरु जी दे। ताराचंद ते बखतमल जिहड़े कि गुरु जी दे लई दो घोड़े लैके आ रहे सी, जिन्हां दे नाम सी दिलबाग अते गुलबाग। तो ये घोड़े मुगलों ने रस्ते विच खोले। तो उस तो बाद मुगलों के अस्तबल विचों भाई विधिचंद जी इन्हां दोनों घोड़ियां नूं छुड़ा के ले आए सी बच्चों गुरु जी दे कोल। तो उस तो बाद मुगलों अते सिखां दे विचकार दूसरी लड़ाई हुई सिख सेना दे विचकार, जिसनूं कहा जाता है लहरां दी लड़ाई। इस लड़ाई का कारण की सी? दिलबाग अते गुलबाग नां दे दो घोड़े। वो घोड़े दो कौन लैके आ रहे सी? दो मसंद ताराचंद और बखतमल। और ये दो घोड़े मुगलों की कैद चो किसने रिहा करवाए सी? विधिचंद ने। और इस लड़ाई दे विच अगवाई की सी भाई जेठा जी ने बच्चों। और भाई जेठा जी इस लड़ाई में शहीद हो गए सी। तो ये दो लड़ाइयां हुई 1634। सब तो पहली लड़ाई अमृतसर की, दूसरी लहरा की लड़ाई। उस तो बाद बच्चों 1635 ईस्वी दे विच दो लड़ाइयां होर हुई। करतारपुर की लड़ाई 1635 करतारपुर की लड़ाई। इस लड़ाई दे विच जोहर विखाए सी बच्चों अपने त्यागमल जी, बाबा जी के सब तो छोटे पुत्र त्यागमल जी और बाबा गुरदित्ता जी ने। और मुगलों के वलों पैदा खां, काले खां और पैदा खां का पुत्र कुतबू खां। तो ये तीनों इस लड़ाई में मारे गए सी। और त्यागमल, हाँ जी, गुरु तेग बहादुर जी तो अपनी लड़ाई के जोहर विखाए त्यागमल जी ने कित्थे 1635 करतारपुर की लड़ाई में। और बाबा गुरदित्ता जी ने मुगलों वालों सी पैदा खां, कुतबू खां और काले खां। ये तीनों इस लड़ाई में बच्चों मारे गए। और 1635 अंतिम लड़ाई जी लास्ट लड़ाई वो हुई सी फगवाड़ा की लड़ाई, जिहड़ी कि सिख सेना और मुगलों के विचकार अंतिम लड़ाई सी। तो इस लड़ाई दे विच भी सिख सेना जेतू रही। तो ये चार लड़ाइयां हुई गुरु जी के दूसरे गुरु काल के विचकार, जदों मुगल बादशाह शाहजहां सी। पहली अमृतसर की, दूसरी लड़ाई हुई लहरा की, फिर
तीसरी लड़ाई हुई करतारपुर दी और चौथी लड़ाई हुई फगवाड़ा दी। तो इस तो बाद गुरु जी ने अपनी जिहड़ी जिंदगी दे लास्ट साल ने 10 साल वो गुरु जी ने कित्थे गुजारे सी? कीरतपुर साहब दे विच। और कीरतपुर दी स्थापना की गुरु जी ने, कीरतपुर साहब नगर वसाया और कीरतपुर लई जगह दिती सी कल्याण चंद ने। कीरतपुर लई जिहड़ी जगह है वो थां दान दिती सी कल्याण चंद जी ने। और अपनी जिंदगी दे लास्ट 10 साल जिहड़े ने गुरु जी ने इत्थे ही बिताए और इत्थे ही गुरु जी ज्योति जोत समाए सी 1645 ईस्वी दे विच। और गुरु जी ने लाहौर दे विच गुरुद्वारा डेरा साहिब बनवाया 5वें गुरु की याद विच, यानी कि गुरु अर्जन देव जी की याद विच लाहौर दे विच गुरुद्वारा डेरा साहिब। और सब तो इंपॉर्टेंट काम अकाल तख्त का निर्माण, मोस्ट इंपॉर्टेंट क्वेश्चन बच्चों, अकाल तख्त का निर्माण करवाया सी गुरु जी ने हरमंदर साहब दे बिल्कुल सामने। 1606 में ये काम शुरू होया सी और 1609 दे विच ये काम पूरा होया। अकाल तख्त का निर्माण हरमंदर साहब दे बिल्कुल सामने 12 फुट उच्चा जिहड़ा थड़ा बनया होया, जिथे बैठ के गुरु जी सिख सेना नूं उपदेश दिंदे सी, उन्हां नूं इंप्रैस करते सी, उन्होंने प्रभावित करते सी, उन्होंने नवा जोश भरते सी। तो उन्होंने ਲਈ सब तो इंपॉर्टेंट काम किया गुरु जी ने अकाल तख्त का निर्माण। 1606 में अकाल तख्त का काम शुरू होया सी और 1609 में ये काम पूरा होया बच्चों। ये सब तो इंपॉर्टेंट काम है सिख धर्म के अकाल तख्त का निर्माण, जिहड़ा कि हरमंदर साहब के बिल्कुल सामने 12 फुट उच्चा थड़ा बनया होया, जिसनों अकाल तख्त साहिब कहा जाता है। और गुरु जी ज्योति जोत कित्थे समाए सी? 1645 कीरतपुर साहब और उत्तराधिकारी किसनू बनाया सी बच्चों? गुरु हर राय जी नू, जिहड़े कि 7वें गुरु बने। ये बाबा गुरादित्ता जी दे पुत्र सी। हाँ जी, तो अपने सब तो वड्डे बेटे बाबा गुरादित्त जी दे पुत्र गुरु हर राय जी नूं 7वां गुरु बनाया सी गुरु हरगोबिंद जी ने। और अपनी जिंदगी के लास्ट साल 10 साल कीरतपुर साहब विच गुजारे, जिसकी स्थापना उन्होंने की सी, जमीन दान दी सी कल्याण चंद ने। और इत्थे ही जिहड़ा गुरु जी ने अपनी जिंदगी के लास्ट 10 साल बिताए और 7वें गुरु नूं गुरु गद्दी दिती, उत्तराधिकारी बनाया, जिहड़े कि बाबा गुरादित्ता जी के पुत्र सी। और अकाल तख्त का निर्माण कराया, लाहौर विच गुरुद्वारा डेरा साहिब बनवाया अपने पिता की याद विच, मीरी पीरी तलवारां धारण कीतियां, राजसी चिन्ह अपनाए, सिख सेना नूं संगठित किया, शस्त्र ते घोड़े इकट्ठे किए, मुगलों ते सिख सेना के विचकार पहली लड़ाई लड़ी गई अमृतसर की, दूजी लड़ी गई लहरां की लड़ाई, तीसरी करतारपुर की, चौथी बच्चों फगवाड़े की और अंतिम लड़ाई 2 समकालीन मुगल बादशाह सी जहांगीर और शाहजहां। किहड़े मुगल बादशाह ने कैद किया सी? जहांगीर ने। किस किले विच? गवालियर दे। किन्ने राजियां नूं नाल रिहा कराया? 52 राजियां नूं। हाँ जी, ठीक है बच्चों। और इन्हां नूं बंदी छोड़ बाबा भी कहा जाता है। और किहड़ी उपाधि धारण की सी गुरु जी ने? सच्चा पातशाह दी। ठीक है बच्चों, तो यह सी अपना अज दा टॉपिक 6वें गुरु हरगोबिंद जी। ओके, मिलते हैं नवीं वीडियो 7वें गुरु दे नाल गुरु हर राय जी। ओके, थैंक यू।